ਨੀਤਿਕਾ। ਸੋ ਅੱਜ ਅਸੀਂ ਕਰਨ ਜਾ ਰਹੇ ਹਾਂ ਆਪਣਾ ਲੈਸਨ ਨੰਬਰ 3 ਦੈਟ ਇਜ਼ ਵਰਣਬੋਧ। ਸੋ ਫਸਟ ਕੁਐਸਚਨ ਆਪਣੇ ਕੋਲ ਵਿਆਕਰਣ ਦੇ ਵਰਣਬੋਧ ਬਾਰੇ ਜਾਣਨਾ ਪਾਓ। ਵਰਣਬੋਧ ਵਿਆਕਰਣ ਦਾ ਸਭ ਤੋਂ ਪਹਿਲਾ ਅਤੇ ਉਹ ਭਾਗ ਹੈ ਜਿਸ ਵਿੱਚ ਹਰ ਪ੍ਰਕਾਰ ਦੇ ਅੱਖਰਾਂ, ਵਰਣਾਂ, ਲਗਾਂ, ਮਾਤਰਾ ਅਤੇ ਲਗਾ ਅੱਖਰਾਂ ਸੰਬੰਧੀ ਪੂਰਨ ਤੌਰ ਤੇ ਵਿਚਾਰ ਕੀਤਾ ਜਾਂਦਾ ਹੈ। ਸੋ ਜਿਹੜਾ ਵਰਣਬੋਧ ਹੁੰਦਾ ਉਹਦੇ ਵਿੱਚ ਕੀ ਕਰਦੇ ਆ ਕਿ ਕਿਹੜੇ ਅੱਖਰ ਯੂਜ਼ ਹੋ ਰਹੇ ਨੇ, ਕਿਹੜੇ ਵਰਨ ਯੂਜ਼ ਹੋ ਰਹੇ ਨੇ, ਲਗਾ ਅੱਖਰ ਜਾਂ ਮਾਤਰਾਵਾਂ ਕਿਹੜੀਆਂ ਲੱਗ ਰਹੀਆਂ ਨੇ, ਉਹਦੇ ਬਾਰੇ ਸਾਰੀ ਚਰਚਾ ਕੀਤੀ ਜਾਂਦੀ ਹੈ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਵਰਨ ਜਾਂ ਅੱਖਰ ਦੀ ਕੀ ਹਨ, ਲਗਾ ਮਾਤਰਾ ਤੇ ਲਗਾ ਅੱਖਰ ਕੀ ਹਨ, ਵਰਨਾਂ ਤੇ ਲਗਾ ਮਾਤਰਾ ਤੋਂ ਰਲ ਕੇ ਸ਼ਬਦ ਕਿਵੇਂ ਬਣਦਾ ਹੈ, ਕਿਵੇਂ ਕਿਸੇ ਬੋਲੀ ਦੀ ਲਿਖੀ ਜਾਂ ਵਰਣਮਾਲਾ ਕੀ ਹੁੰਦੀ ਹੈ ਅਤੇ ਉਹ ਬੋਲੀ ਦੇ ਕਿਹੜੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਰਚੀ ਜਾਂਦੀ ਹੈ। ਸੋ ਮੀਨਸ ਕਿ ਸਾਨੂੰ ਕੋਈ ਵੀ ਸੈਂਟੈਂਸ ਉਹਦੇ ਵਿੱਚ ਕਿਹੜੇ ਅੱਖਰ, ਕਿਹੜੇ ਵਰਨ ਜਾਂ ਕਿਹੜੇ ਲਗਾ ਅੱਖਰ, ਕਿਹੜੀਆਂ ਮਾਤਰਾਵਾਂ ਜਾਂ ਕਿਹੜੇ ਦੋ ਚੀਜ਼ਾਂ ਨੂੰ ਜੋੜ ਕੇ ਜੋ ਇੱਕ ਸੈਂਟੈਂਸ ਬਣ ਰਿਹਾ ਵਾ ਉਹ ਕਿਵੇਂ ਬਣ ਰਿਹਾ ਜਾਂ ਕੀ ਵਰਣਮਾਲਾ, ਉਹ ਸਾਰੀ ਜਿਹੜੀ ਡੈਫੀਨੇਸ਼ਨਸ ਨੇ ਸਭ ਚੀਜ਼ਾਂ ਦੀ ਇਨਫੋਰਮੇਸ਼ਨ ਸਾਨੂੰ ਕਾਹਦੇ ਵਿੱਚ ਮਿਲਦੀ ਹੈ, ਵਰਣਬੋਧ ਵਿੱਚ ਮਿਲਦੀ ਹੈ। ਸੋ ਸੈਕਿੰਡ ਕੁਐਸਚਨ ਹੈ ਆਪਣੇ ਕੋਲ ਲਿਪੀ ਤੋਂ ਕੀ ਭਾਵ ਹੈ। ਪੰਜਾਬੀ ਲਿਪੀ ਦੇ ਜਨਮ ਤੇ ਵਿਕਾਸ ਬਾਰੇ ਜਾਣਕਾਰੀ ਦਿਓ। ਜਿਹੜਾ ਇਹਦੇ ਵਿੱਚ ਕੁਐਸਚਨ ਦੇ ਵਿੱਚ ਪਾਰਟ ਹੈ ਪੰਜਾਬੀ ਲਿਪੀ ਦੇ ਜਨਮ ਤੇ ਵਿਕਾਸ ਬਾਰੇ ਜਾਣਕਾਰੀ, ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਸਾਡਾ। ਸੋ ਇਹਦਾ ਆਨਸਰ ਦੇਖਦੇ ਹਾਂ। ਲਿਪੀ ਰਾਹੀਂ ਮਨੁੱਖ ਆਪਣੀਆਂ ਭਾਵਨਾਵਾਂ ਨੂੰ ਦੂਸਰਿਆਂ ਨਾਲ ਸਾਂਝਾ ਕਰਦਾ ਹੈ। ਜਿਵੇਂ ਮਨੁੱਖੀ ਜੀਵਨ ਦਾ ਵਿਕਾਸ ਹੋਇਆ ਹੈ ਉਸੇ ਤਰ੍ਹਾਂ ਲਿਪੀ ਦਾ ਵੀ ਵਿਕਾਸ ਹੁੰਦਾ ਹੈ। ਯੂਨਾਨੀ ਵਿਦਵਾਨ ਲੋਕ ਕੈਡਮਮ ਨੂੰ ਲਿਪੀ ਦਾ ਜਨਮ ਦਾਤਾ ਮੰਨਦੇ ਹਨ, ਪਰ ਇਹ ਵਿਚਾਰ ਵਿਗਿਆਨਿਕ ਕਸਵੱਟੀ ਤੇ ਪੂਰਾ ਨਹੀਂ ਉਤਰਦਾ। ਅਸਲੋਂ ਵੱਖ-ਵੱਖ ਲਿਪੀਆਂ ਦਾ ਵਿਕਾਸ ਮਨੁੱਖੀ ਸਮਾਜ ਦੇ ਵਿਕਾਸ ਵਿੱਚ ਹੀ ਹੋਇਆ ਹੈ। ਵਿਕਾਸ ਦੀਆਂ ਮੰਜ਼ਿਲਾਂ ਤੈਅ ਕਰਕੇ ਵਰਤਮਾਨ ਰੂਪ ਵਿੱਚ ਪ੍ਰਗਟ ਹੋਇਆ ਹੈ। ਇਹ ਮਨੁੱਖ ਨੂੰ ਦੀ ਆਪਣੀ ਕਾਢ ਹੈ। ਕਈ ਵਿਦਵਾਨਾਂ ਦਾ ਮਤ ਹੈ ਕਿ ਪ੍ਰਾਚੀਨ ਪੂਰਵ ਕਾਲ ਵਿੱਚ ਭਾਰਤ, ਚੀਨ ਅਤੇ ਪੇਰੂ ਵਿੱਚ ਕਈ ਰੰਗਾਂ ਦੀਆਂ ਧਾਗਿਆਂ ਦੇ ਕਈ ਪ੍ਰਕਾਰ ਦੀਆਂ ਗੰਢਾਂ ਦੇ ਕੇ ਇਹਨਾਂ ਨੂੰ ਦੂਰ ਦੂਰ ਤੱਕ ਸੁਨੇਹਾ ਭੇਜਣ ਲਈ ਵਰਤਿਆ ਜਾਂਦਾ ਸੀ। ਇਸ ਨੂੰ ਗੰਢ ਲਿਪੀ ਦਾ ਨਾਮ ਦਿੱਤਾ ਜਾਂਦਾ। ਤਾਂ ਉਹ ਕੀ ਕਹਿੰਦੇ ਹੈ ਕਿ ਜਿਹੜੀ ਪੰਜਾਬੀ ਲਿਪੀ ਹੈ ਨਾ, ਸਭ ਤੋਂ ਪਹਿਲਾਂ ਉਹਨਾਂ ਨੇ ਉਹਨੂੰ ਕੀ ਗੰਢ ਲਿਪੀ ਦਾ ਨਾਮ ਦਿੱਤਾ ਸੀ। ਕਿਉਂਕਿ ਜਦੋਂ ਪਹਿਲਾਂ ਦਾ ਜ਼ਮਾਨਾ ਸੀਗਾ ਜਦੋਂ ਆਪਣੇ ਕੋਲ, ਤੇ ਉਦੋਂ ਕਹਿੰਦੇ ਕਿ ਕਈ ਆਪਣੇ ਜਿਹੜੇ ਮੀਨਸ ਵਿਦਵਾਨ ਨੇ ਉਹ ਕਹਿੰਦੇ ਨੇ ਭਾਰਤ, ਚੀਨ ਤੇ ਹੋਰ ਵੀ ਕਈ ਜਦੋਂ ਇੱਕ ਦੂਸਰੇ ਵਿੱਚ ਅੱਜ ਸਾਰੇ ਦੇਸ਼ ਸੰਦੇਸ਼ਾ ਕੋਈ ਭੇਜਦੇ ਸੀ ਤਾਂ ਉਹ ਕੀ ਯੂਜ਼ ਕਰਦੇ ਸੀਗੇ, ਕੁਝ ਰੰਗਾਂ ਦੇ ਧਾਗਿਆਂ ਨੂੰ ਕਈ ਪ੍ਰਕਾਰ ਦੀ ਗੰਢਾਂ ਦੇ ਕੇ ਇੱਕ ਦੂਜੇ ਤੱਕ ਸੁਨੇਹੇ ਭੇਜਦੇ ਸੀਗੇ। ਇਸ ਕਰਕੇ ਉਹਦਾ ਨਾਮ ਉਦੋਂ ਗੰਢ ਲਿਪੀ ਵੀ ਬੋਲ ਦਿੱਤਾ ਗਿਆ ਸੀਗਾ। ਨੈਕਸਟ ਹੈ, ਇਸ ਤੋਂ ਇਲਾਵਾ ਲਿਪੀ ਦਾ ਜਨਮ ਸੰਕੇਤਾਂ ਅਤੇ ਇਸ਼ਾਰਿਆਂ ਰਾਹੀਂ ਮਨੁੱਖ ਭਾਵਨਾਵਾਂ ਨੂੰ ਸਮਝਾਉਣ ਨਾਲ ਹੋਇਆ। ਇਸ ਦੇ ਮੁੱਢਲੇ ਵੱਖ ਦੀਵਰਾਂ, ਗੁਫਾਵਾਂ ਅਤੇ ਸਿੱਧੀਆਂ ਖੜੀਆਂ ਲਕੀਰਾਂ ਅਤੇ ਧਾਰਮਿਕ ਚਿੰਨ੍ਹ ਆਦਿ ਉਕਰੇ ਹੋਏ ਰੂਪ ਅੱਜ ਵੀ ਕਈ ਜਗ੍ਹਾ ਮਿਲਦੇ ਹਨ। ਕਿ ਇਹਦੇ ਕਈ ਸਾਨੂੰ ਰੂਪ ਜਿਹੜੇ ਨੇ ਆਪਣੀ ਲਿਪੀ ਦੇ ਮਿਲਦੇ ਹਨ ਅਤੇ ਮੰਨਿਆ ਜਾਂਦਾ ਕਿ ਸ਼ਾਇਦ ਜਿਹੜੀ ਆਪਣੀ ਪੰਜਾਬੀ ਲਿਪੀ ਸੀਗੀ ਉੱਧਰੋਂ ਹੀ ਉਹਦਾ ਵਿਕਾਸ ਹੋਇਆ ਸੀ। ਦੀਵਾਰਾਂ ਉੱਪਰ ਲਕੀਰਾਂ ਖਿੱਚ ਕੇ ਹਿਸਾਬ ਕਿਤਾਬ ਰੱਖਣ ਦਾ ਤਰੀਕਾ ਪ੍ਰਚਲਿਤ ਹੈ। ਦੀਵਾਰਾਂ ਉੱਪਰ ਪੰਛੀ, ਜਾਨਵਰਾਂ ਆਦਿ ਚਿੱਤਰ ਲਿਪੀ ਰੂਪ ਮਿਲਦੇ ਹਨ। ਕਿ ਹੁਣ ਵੀ ਆਪਾਂ ਕਈ ਵਾਰ ਪਿੰਡਾਂ ਵਿੱਚ ਜਾਂਦੇ ਹਾਂ ਤਾਂ ਉੱਥੇ ਦੀਵਾਰਾਂ ਉੱਤੇ ਕੀ ਕਰਦੇ ਨੇ, ਪੇਂਟਿੰਗਸ ਕੀਤੀਆਂ ਜਾਂਦੀਆਂ ਨੇ, ਕੁਛ ਰੂਪ ਬਣਾਏ ਜਾਂਦੇ ਨੇ। ਜਾਂ ਫਿਰ ਪਹਿਲੇ ਦੇ ਜ਼ਮਾਨੇ 'ਚ ਲੋਕ ਕੀ ਕਰਦੇ ਸੀ, ਕੋਈ ਵੀ ਹਿਸਾਬ ਕਿਤਾਬ ਹੁੰਦਾ ਸੀ ਉਹਨੂੰ ਦੀਵਾਰਾਂ ਉੱਤੇ ਲਿਖ ਦਿੰਦੇ ਸੀ। ਅਤੇ ਸਾਨੂੰ ਜਿਹੜੇ ਸਾਡੇ ਵਿਦਵਾਨ ਨੇ ਉਹਨਾਂ ਨੂੰ ਆਹੀ ਲੱਗਦਾ ਕਿ ਜਿਹੜੀ ਸਾਡੀ ਲਿਪੀ ਹੈ ਉੱਧਰੋਂ ਹੀ ਸਾਡੀ ਜਿਹੜੀ ਸੀ ਅੱਗੇ ਵਿਕਸਿਤ ਹੋਈ ਸੀ। ਚਿੱਤਰ ਲਿਪੀ, ਲਕੀਰ ਲਿਪੀ ਸਾਡੇ ਮੁੱਢਲੇ ਰੂਪ ਹਨ ਅਤੇ ਇਹਦੇ ਮੁੱਢਲੇ ਰੂਪ ਕੀ ਮੰਨੇ ਜਾਂਦੇ, ਚਿੱਤਰ ਲਿਪੀ ਅਤੇ ਲਕੀਰ ਲਿਪੀ, ਜਿਸ ਰਾਹੀਂ ਮਨੁੱਖ ਆਪਣੇ ਮਨੋਭਾਵਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਦਾ ਸਾਧਨ ਵਰਤਦੇ ਹਨ। ਅੱਗੇ ਹੈ, ਸਿੰਧੂ ਘਾਟੀ ਸੱਭਿਅਤਾ ਦੇ ਲਗਭਗ 500 ਈਸਵੀ ਪੂਰਵ ਵਿੱਚ ਆਰੀਅਨ ਲੋਕ ਉੱਤਰ ਭਾਰਤ ਵਿੱਚ ਆਏ। ਸਮਾਂ ਪਾ ਕੇ ਇਹਨਾਂ ਨੇ ਬ੍ਰਹਮੰਡ ਲਿਪੀ ਨੂੰ ਜਨਮ ਦਿੱਤਾ। ਕਿ ਜਿਹੜੇ ਸਿੰਧੂ ਘਾਟੀ ਸੱਭਿਅਤਾ ਦੇ ਲਗਭਗ 500 ਈਸਵੀ ਪੂਰਵ ਜਿਹੜੇ ਆਰੀਅਨ ਲੋਕ ਸੀਗੇ ਉਹ ਕਿੱਥੇ ਆਏ ਸੀ, ਉੱਤਰ ਭਾਰਤ ਵਿੱਚ ਆਏ ਸੀ ਅਤੇ ਉਹਨਾਂ ਨੇ ਬ੍ਰਹਮੰਡ ਲਿਪੀ ਦਾ ਜਨਮ ਦਿੱਤਾ ਸੀ। ਇਸ ਤੋਂ ਬਾਅਦ ਸ਼ਿਲਾਲੇਖ, ਸਿੱਕਿਆਂ, ਪੁਰਾਤਨ ਬਰਤਨਾਂ ਉੱਤੇ ਉਕੇਰੇ ਅੱਖਰ ਵੱਖ-ਵੱਖ ਭਾਰਤੀ ਲਿਪੀਆਂ ਨੂੰ ਉਜਾਗਰ ਕਰਦੀ ਹੈ। ਇਹਨਾਂ ਲਿਪੀਆਂ ਨੂੰ ਬ੍ਰਹਮੀ, ਖੋਸ਼ਟੀ, ਸਾਦਪਾ, ਨਾਗਰੀ ਅਤੇ ਗੁਪਤ ਲਿਪੀ ਆਦਿ ਦਾ ਨਾਮ ਦਿੱਤਾ ਜਾਂਦਾ ਹੈ। ਹੜੱਪਾ ਮੋਹਿੰਜੋਦੜੋ ਦੀ ਖੁਦਾਈ ਦੌਰਾਨ ਕਈ ਚਿੱਤਰ ਲਿਪੀ ਵਿੱਚੋਂ ਨਿਕਲੀ ਮੰਨੀ ਜਾਂਦੀ ਹੈ। ਕਿ ਜਦੋਂ ਹੜੱਪਾ ਵਗੈਰਾ ਦੀ ਸੱਭਿਅਤਾ ਦੀ ਖੁਦਾਈ ਕੀਤੀ ਗਈ ਸੀ ਤਾਂ ਕਾਫੀ ਸਾਨੂੰ ਕੀ ਮਿਲਿਆ ਸੀ, ਚਿੱਤਰ ਲਿਪੀ ਮਿਲੀ ਸੀਗੀ।
ਪੰਜਾਬੀ ਦੀ ਵਿਕਸਿਤ ਰੂਪ ਗੁਰਮੁਖੀ ਲਿਪੀ ਹੈ। ਤਾਂ ਪੰਜਾਬੀ ਦਾ ਵਿਕਸਿਤ ਰੂਪ ਨੂੰ ਕੀ ਕਿਹਾ ਜਾਂਦਾ? ਗੁਰਮੁਖੀ ਲਿਪੀ ਕਿਹਾ ਜਾਂਦਾ ਹੈ। ਗੁਰਮੁਖੀ ਲਿਪੀ ਬ੍ਰਹਮ ਲਿਪੀ ਵਿੱਚੋਂ ਨਿਕਲੀ ਮੰਨੀ ਜਾਂਦੀ ਹੈ। ਸ਼ਾਰਦੀ ਅਤੇ ਟਾਕਰੀ ਲਿਪੀ ਦਾ ਗੁਰਮੁਖੀ ਲਿਪੀ ਵਿੱਚ ਕਾਫੀ ਸੁਮੇਲਤਾ ਹੈ ਕਿ ਉਹ ਕਹਿੰਦੇ ਕਿ ਜਿਹੜੀ ਸ਼ਾਰਦੀ ਤੇ ਟਾਕਰੀ ਲਿਪੀ ਹੈ ਨਾ, ਇਹਦਾ ਜਿਹੜਾ ਹੈ ਗੁਰਮੁਖੀ ਲਿਪੀ ਵਿੱਚ ਬਹੁਤ ਜ਼ਿਆਦਾ ਰਿਲੇਸ਼ਨਸ਼ਿਪ ਰਿਹਾ ਵਾ, ਕਿਉਂਕਿ ਇਹ ਤਿੰਨ ਲਿਪੀਆਂ ਬ੍ਰਹਮੀ ਲਿਪੀ ਤੋਂ ਹੀ ਪੈਦਾ ਹੁੰਦੀਆਂ ਨੇ। ਇਸ ਲਈ ਗੁਰਮੁਖੀ ਲਿਪੀ ਕੋਈ ਨਵੀਨ ਕਾਢ ਨਹੀਂ, ਇਹ ਆਮ ਪ੍ਰਚਲਿਤ ਹੈ ਤੇ ਗੁਰਮੁਖੀ ਲਿਪੀ ਗੁਰੂਆਂ ਦੀ ਭਾਸ਼ਾ ਹੈ। ਗੁਰੂਆਂ ਨੂੰ ਮੰਨਣ ਵਾਲੇ ਲੋਕਾਂ ਦਾ ਇਹ ਵਿਚਾਰ ਹੈ, ਪਰ ਇਹ ਵਿਚਾਰ ਮੂਲੋਂ ਗਲਤ ਹੈ। ਲਿਪੀ ਪਹਿਲੋਂ ਹੀ ਮੌਜੂਦ ਸੀ। ਗੁਰੂਆਂ ਨੇ ਤਾਂ ਆਪਣੀ ਬਾਣੀ ਹੀ ਇਸ ਲਿਪੀ ਵਿੱਚ ਲਿਖੀ ਹੈ। ਕਿ ਕਈ ਲੋਕ ਪਹਿਲਾਂ ਕੀ ਮੰਨਦੇ ਆ ਕਿ ਜਿਹੜੀ ਸਾਡੀ ਪੰਜਾਬੀ ਲਿਪੀ ਹੈ ਉਹ ਕਿਹਨੇ ਵਿਕਸਿਤ ਕੀਤੀ ਸੀ? ਸਾਡੇ ਜਿਹੜੇ ਗੁਰੂ ਜੀ ਸੀਗੇ ਸਾਰੇ। ਪਰ ਇਹ ਗੱਲ ਜਿਹੜੀ ਹੈ ਕਿ ਉਹ ਵਿਦਵਾਨ ਕੁਝ ਕਹਿੰਦੇ ਨੇ ਕਿ ਇਹ ਗੱਲ ਸਹੀ ਨਹੀਂ ਹੈ, ਕਿਉਂਕਿ ਲਿਪੀ ਪਹਿਲਾਂ ਹੀ ਸੀ। ਜਿਹੜੇ ਆਪਣੇ ਸਿੱਖ ਗੁਰੂ ਸਾਰੇ ਸੀਗੇ ਉਹਨਾਂ ਨੇ ਕੀ ਕੀਤਾ ਸੀ? ਇਸ ਲਿਪੀ ਦੇ ਵਿੱਚ ਸਿਰਫ ਆਪਣੀ ਬਾਣੀ ਦੀ ਰਚਨਾ ਕੀਤੀ ਸੀਗੀ। ਇਸ ਕਰਕੇ ਇਸ ਨੂੰ ਗੁਰਮੁਖੀ ਲਿਪੀ ਦਾ ਨਾਮ ਦਿੱਤਾ ਗਿਆ। ਥਰਡ ਕੁਐਸਚਨ ਆਪਣੇ ਕੋਲ ਹੈ, ਲਗਾ ਅਤੇ ਮਾਤਰਾਵਾਂ ਵਿਚਕਾਰ ਭੇਦ ਦੱਸੋ। ਵਿਆਕਰਣ ਅਨੁਸਾਰ ਹਰ ਅੱਖਰ ਨੂੰ ਉਚਾਰਨ ਵਿੱਚ ਸਮਾਂ ਲੱਗਦਾ ਹੈ। ਉਸ ਉਚਾਰਨ ਵਿੱਚ ਲੱਗੇ ਹੋਏ ਸਮੇਂ ਨੂੰ ਮਾਤਰਾ ਕਿਹਾ ਜਾਂਦਾ ਹੈ ਅਤੇ ਇਹਨਾਂ ਤਰ੍ਹਾਂ ਨੂੰ ਵੱਖ ਵੱਖਰੇ ਚਿੰਨ੍ਹਾਂ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ। ਸੋ ਆਪਣੇ ਕੋਲ ਆਪਾਂ ਕਈ ਵਾਰ ਕੋਈ ਸੈਂਟੈਂਸ ਦੇ ਵਿੱਚ ਕੋਈ ਡਿਫਰੈਂਸ ਪਾਉਂਦੇ ਆ, ਸਮਾਂ ਲਗਾਉਂਦੇ ਆ, ਤਾਂ ਉਹਦੇ ਵਿੱਚ ਉਸ ਨੂੰ ਕੀ ਕਿਹਾ ਜਾਂਦਾ? ਮਾਤਰਾ ਕਿਹਾ ਜਾਂਦਾ। ਅਤੇ ਉਹ ਮਾਤਰਾ ਨੂੰ ਆਪਾਂ ਕਿੱਦਾਂ ਦਿਖਾਉਂਦੇ ਆ? ਕੋਈ ਨਾ ਕੋਈ ਇੱਕ ਚਿੰਨ੍ਹ ਲਗਾ ਕੇ। ਇਹਨਾਂ ਚਿੰਨ੍ਹਾਂ ਨੂੰ ਲਗਾ ਕਿਹਾ ਜਾਂਦਾ ਹੈ। ਅੱਖਰਾਂ ਦੇ ਜਿਸ ਸਮੂਹ ਵਿੱਚ ਮਾਤਰਾ ਤੇ ਲਗਾ ਇਕੱਠੀਆਂ ਲੱਗੀਆਂ ਹੋਣ ਉਹਨਾਂ ਨੂੰ ਲਗਾ ਮਾਤਰਾ ਕਹਿੰਦੇ ਹਨ। ਨੈਕਸਟ ਕੁਐਸਚਨ ਹੈ ਸਾਡੇ ਕੋਲ, ਸਵਰ ਅਤੇ ਵਿਅੰਜਨ ਬਾਰੇ ਸਪਸ਼ਟ ਰੂਪ ਤੋਂ ਆਪਣੇ ਸ਼ਬਦਾਂ ਵਿੱਚ ਦੱਸੋ। ਜਿਹੜਾ ਹੁਣ ਕੁਐਸਚਨ ਆਪਣੇ ਕੋਲ ਸਵਰ ਐਂਡ ਵਿਅੰਜਨ, ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਆਪਣੇ ਕੋਲ। ਸੋ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਹਵਾ ਰੁਕਾਵਟ ਰਹਿਤ ਨਿਕਾਸ ਕਰੇ ਉਹ ਸਵਰ ਹਨ। ਇਉਂ ਕਿਹਾ ਜਾ ਸਕਦਾ ਹੈ ਕਿ ਸਵਰ ਉਹ ਇਕਾਈ ਧੁਨੀ ਹੈ ਜਿਸ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਬਾਹਰ ਆਉਂਦੀ ਹਵਾ ਸਵਰ ਤੰਤੂਆਂ ਨੂੰ ਕੰਬਾਉਂਦੀ ਹੋਈ ਬਿਨਾਂ ਕਿਸੇ ਰੁਕਾਵਟ ਦੇ ਮੂੰਹ ਪੋਲ ਰਾਹੀਂ ਬਾਹਰ ਨਿਕਲਦੀ ਹੈ। ਪੰਜਾਬੀ ਦੀਆਂ 10 ਸਵਰ ਹਨ। ਹੁਣ ਆਪਣੇ ਕੋਲ ਅ, ਆ, ਈ, ਇਹ ਸਾਰੇ ਜਿਹੜੇ ਆਪਣੇ ਕੋਲ ਕੀ ਨੇ? ਸਵਰ ਨੇ। ਤੇ ਜਿਹੜੇ ਬਾਕੀ ਸਾਰੇ ਸਾਡੇ ਕੋਲ ਬਚ ਜਾਂਦੇ ਨੇ ਉਹ ਕੀ ਹੁੰਦੇ ਨੇ? ਵਿਅੰਜਨ ਹੁੰਦੇ ਆ। ਗੁਰਮੁਖੀ ਵਰਣਮਾਲਾ ਦੇ ਪਹਿਲੇ 3 ਅੱਖਰਾਂ ਊੜਾ, ਐੜਾ, ਈੜੀ ਦੇ ਨਾਲ ਲਗਾ ਲਾ ਕੇ ਸਵਰ ਧੁਨੀਆਂ ਨੂੰ ਦਰਸਾਇਆ ਜਾਂਦਾ ਹੈ। 3 ਸਵਰ ਈੜੀ ਨਾਲ, 4 ਸਵਰ ਐੜੇ ਨਾਲ, 3 ਸਵਰ ਊੜੇ ਨਾਲ ਅੰਕਿਤ ਕੀਤੇ ਜਾਂਦੇ ਹਨ। ਮੁਹਾਰਨੀ ਬੋਲਣ ਦਾ ਅਭਿਆਸ ਸਵਰ ਧੁਨੀਆਂ ਨੂੰ ਦਰਸਾਉਣ ਲਈ ਕੀਤਾ ਜਾਂਦਾ ਹੈ। ਮੁਹਾਰਨੀ ਇਸ ਪ੍ਰਕਾਰ ਹੈ, ਊੜਾ, ਐੜਾ, ਈੜੀ 3 ਅੱਖਰਾਂ ਨੂੰ ਜਿਨ੍ਹਾਂ ਨਾਲ ਲਗਾਨ ਲਗਾ ਕੇ ਸਵਰ ਧੁਨੀਆਂ ਨੂੰ ਦਰਸਾਇਆ ਜਾਂਦਾ ਹੈ। ਵੱਖ ਕਰ ਦਈਏ ਤਾਂ ਵਿਅੰਜਨ ਹੁੰਦੀਆਂ ਹਨ। ਮਤਲਬ ਕਿ ਆਪਣੇ ਐੜੇ ਤੋਂ ਲੈ ਕੇ ਔੜੇ ਤੱਕ ਆਪਣੇ ਜਿਹੜੇ ਸ਼ਬਦ ਨੇ 10, ਉਹਨਾਂ ਨੂੰ ਅਗਰ ਆਪਾਂ ਛੱਡ ਦਈਏ ਉਹ ਸਾਡੇ ਕੋਲ ਕਿਹੜੇ ਹੁੰਦੇ ਨੇ? ਸਵਰ ਹੁੰਦੇ ਨੇ। ਉਸ ਤੋਂ ਇਲਾਵਾ ਜਿਹੜੇ ਆਪਣੇ ਬਾਕੀ ਬਚ ਜਾਂਦੇ ਨੇ ਉਹ ਸਾਡੇ ਕਿਹੜੇ ਹੁੰਦੇ ਨੇ? ਵਿਅੰਜਨ ਹੁੰਦੇ ਹਨ। ਅਤੇ ਆਪਣੇ ਕੋਲ ਕੁੱਲ ਵਿਅੰਜਨ ਕਿੰਨੇ? ਇਸ ਤਰ੍ਹਾਂ ਕੁੱਲ 38 ਧੁਨੀਆਂ ਬਣਦੀਆਂ ਹਨ। ਸਵਰ ਦੇ ਉਚਾਰਨ ਵਿੱਚ ਮੂੰਹ ਪੋਲ ਤੇ ਧੁਨੀ ਅੰਗਾਂ ਵਿੱਚ ਨਾ ਕੋਈ ਰੁਕਾਵਟ, ਨਾ ਤੰਗੀ, ਨਾ ਰਗੜ, ਨਾ ਕੋਈ ਬੁੱਲਾਂ ਤੇ ਜੀਭ ਸਪਰਸ਼ ਹੁੰਦੀ ਹੈ। ਸਵਰਾਂ ਦਾ ਮਹੱਤਵ ਇਸ ਲਈ ਹੈ ਕਿ ਭਾਸ਼ਾ ਦੇ ਬੋਲਣ ਦੀ ਕਿਰਿਆ ਵਿੱਚ ਸਵਰਾਂ ਤੋਂ ਬਿਨਾਂ ਵਿਅੰਜਨ ਉਚਾਰੇ ਨਹੀਂ ਜਾ ਸਕਦੇ। ਸਵਰ ਮੌਖਿਕ ਵੀ ਹੁੰਦੇ ਹਨ ਤੇ ਨਾਸਿਕ ਵੀ ਹੁੰਦੇ ਹਨ। ਜੇਕਰ ਸਵਰ ਧਾਰਾ ਮੂੰਹ ਰਾਹੀਂ ਲੰਘਦੀ ਹੈ ਜਾਂ ਸਵਰ ਮੌਖਿਕ ਹਨ। ਜੇਕਰ ਸ਼ਾਹੀ ਦੀ ਹਵਾ ਇੱਕੋ ਵੇਲੇ ਨਾਸਕੀ ਪੋਲ ਰਾਹੀਂ ਵੀ ਨਿਕਲਦੀ ਹੈ ਤਾਂ ਸਵਰ ਨਾਸਕੀ ਹੁੰਦੇ ਹਨ। ਪੰਜਾਬੀ ਸਵਰਾਂ ਵਿੱਚ ਉਚਾਰਨ ਸਥਾਨ ਦੇ ਵਕਫੇ ਦੇ ਨਾਲ ਨਾਲ ਮਾਤਰਾ ਦੇ ਆਧਾਰ 'ਤੇ ਸਵਰਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ। ਸੋ ਜਿਹੜੇ ਸਵਰਾਂ ਦਾ ਵਰਗੀਕਰਨ 2 ਟਾਈਪਸ ਵਿੱਚ ਕੀਤਾ ਜਾਂਦਾ ਹੈ, ਜਿਵੇਂ ਕਿ ਲਘੂ ਸਵਰ ਤੇ ਦੀਰਘ ਸਵਰ। ਲਘੂ ਸਵਰ ਆਪਣੇ ਕੋਲ ਆ ਵਾਲੇ ਨੇ, ਐੜਾ, ਈੜੀ ਤੇ ਊੜਾ। ਦੀਰਘ ਸਵਰ ਆਪਣੇ ਕੋਲ ਹੁੰਦੇ ਨੇ ਅੱਗੇ ਆ ਆਪਣੇ ਕੋਲ ਦੀਰਘ ਸਵਰ ਦੇ ਉਚਾਰਨ ਵਿੱਚ ਲਘੂ ਸਵਰ ਨਾਲੋਂ ਦੁੱਗਣਾ ਸਮਾਂ ਲੱਗਦਾ ਹੈ। ਅਤੇ ਜਿਹੜੇ ਦੀਰਘ ਸਵਰ ਹੁੰਦੇ ਹਨ ਉਹਦੇ ਵਿੱਚ ਕੀ ਹੁੰਦਾ? ਦੁੱਗਣਾ ਸਮਾਂ ਲੱਗਦਾ ਹੈ। ਜਿੱਦਾਂ ਕਿ ਜਿਹੜਾ ਆਪਣੇ ਕੋਲ ਲਘੂ ਸਵਰ ਸੀ ਐੜਾ, ਪਰ ਆਪਣੇ ਕੋਲ ਦੀਰਘ ਸਵਰ ਕੀ ਹੈ? ਐੜਾ, ਕੰਨਾ, ਆ। ਠੀਕ ਹੈ। ਅਤੇ ਸਵਰ ਧੁਨੀ ਦੇ ਉਚਾਰਨ ਵੇਲੇ ਸਾਹ ਉਚਾਰਨ ਅੰਗਾਂ ਦੀ ਖਾਸ ਰੁਕਾਵਟ ਤੋਂ ਬਿਨਾਂ ਮੂੰਹ ਵਿੱਚੋਂ ਨਿਕਲਦਾ ਹੈ। ਜਦੋਂ ਕਿਸੇ ਸਵਰ ਨੂੰ ਉਚਾਰਦਿਆਂ ਕੁਝ ਆਵਾਜ਼ ਨੱਕ ਰਾਹੀਂ ਆਉਂਦੀ ਹੈ ਤਾਂ ਉਸ ਸਵਰ ਨੂੰ ਨਾਸਿਕ ਸਵਰ ਆਖਦੇ ਹਨ। ਜੀਭ ਦੀ ਸਥਿਤੀ ਦੇ ਆਧਾਰ 'ਤੇ ਪੰਜਾਬੀ ਦੇ ਸਵਰਾਂ ਨੂੰ 3
वर्गां विच वंडिया जांदा है। ਇਹਦੇ ਵਿੱਚ ਨੇ ਅਗਲੇਰੇ ਸਵਰ ਤੇ ਪਿਛਲੇਰੇ ਸਵਰ। ਅਗਲੇਰੇ ਸਵਰ ਕਿਹੜੇ ਹੋਣਗੇ? ਈੜੀ ਬਿਹਾਰੀ, ਈੜੀ ਨੂੰ ਏ ਦੀ ਮਾਤਰਾ ਤੇ ਐੜਾ। ਅਗਲੇ ਆਪਣੇ ਪਿਛਲੇਰੇ ਸਵਰ ਹੋਣਗੇ ਊੜਾ, ਦੁਲੈਂਕੜ, ਓ ਤੇ ਐੜਾ ਕਨੋੜਾ। ਅੱਗੇ ਥਰਡ ਹੈ ਸਾਡੇ ਕੋਲ ਵਿਚਕਾਰਲੇ ਸਵਰ। ਜੀਭ ਦੀ ਉਚਾਈ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੀਆਂ ਸਵਰ ਧੁਨੀਆਂ ਨੂੰ 4 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਉੱਚੇ ਸਵਰ, अर्ध उच्चे स्वर, अर्ध नीवें स्वर ते नीवें स्वर। ਇਹਦੇ ਵਿੱਚ ਅੱਗੇ ਆਪਣੇ ਕੋਲ ਕੀ ਹੁੰਦਾ? ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੀਆਂ ਸਵਰ ਧੁਨੀਆਂ ਨੂੰ 2 ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਉਹ ਕਿਹੜੇ ਹੁੰਦੇ ਨੇ? ਗੁਲਾਈਦਾਰ ਤੇ ਗੁਲਾਈ ਰਹਿਤ। ਇਸ ਤੋਂ ਨੈਕਸਟ ਆਪਣਾ ਟੌਪਿਕ ਹੈ ਵਿਅੰਜਨ ਦਾ। ਹੁਣ ਉਹ ਧੁਨੀ ਹੁੰਦੀ ਹੈ ਜਿਸ ਨੂੰ ਉਚਾਰਦਿਆਂ ਉਚਾਰਨ ਅੰਗ ਸਾਹ ਨੂੰ ਕੁਝ ਰੁਕਾਵਟ ਪਾਉਂਦੇ ਹਨ। ਇਸ ਵਿੱਚ ਜੀਭ ਕਦੇ ਦੰਦਾਂ ਦੇ ਅੰਦਰਲੇ ਪਾਸੇ, ਕਦੇ ਤਾਲੂ ਦੇ ਨਾਲ ਅਤੇ ਕਈ ਵਾਰ ਬੁੱਲ ਕੁਝ ਮਿੱਟੇ ਜਾਂਦੇ ਹਨ। ਸੋ ਆਪਣੇ ਕੋਲ ਵਿਅੰਜਨ ਕਿਹੜੇ ਹੁੰਦੇ ਨੇ? ਜਿਨ੍ਹਾਂ ਨੂੰ ਬੋਲਣ ਲੱਗੇ ਸਾਡੀ ਜਿਹੜੀ ਜੀਭ ਹੈ ਕਦੇ ਆਪਣੇ ਦੰਦਾਂ ਨੂੰ ਟੱਚ ਕਰਦੀ ਹੈ ਜਾਂ ਤਾਲੂ ਨੂੰ ਟੱਚ ਕਰਦੀ ਹੈ, ਤਾਂ ਇਹ ਸਾਰੇ ਕਿਹੜੇ ਹੁੰਦੇ ਨੇ? ਵਿਅੰਜਨ ਹੁੰਦੇ ਹਨ। ਗੁਰਮੁਖੀ ਦੇ 35 ਅੱਖਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਹੁਣ ਜਿਹੜੇ ਆਪਣੀ ਗੁਰਮੁਖੀ ਨੂੰ ਆਪਾਂ ਪਹਿਲਾਂ ਕੀ ਕਹਿੰਦੇ ਸੀ? 35 ਵੀ ਕਿਹਾ ਜਾਂਦਾ ਸੀ। ਗੁਰਮੁਖੀ ਲਿਪੀ ਕੋਈ ਨਵੀਂ ਕਾਢ ਨਹੀਂ ਸੀ। ਇਹ ਤਾਂ ਪੰਜਾਬ ਦੀ ਪ੍ਰਾਚੀਨ ਲਿਪੀ ਦਾ ਹੀ ਇੱਕ ਸੰਵਾਰਿਆ ਹੋਇਆ ਤੇ ਸੁਧਰਿਆ ਹੋਇਆ ਰੂਪ ਹੈ। ਗੁਰਮੁਖੀ ਅੱਖਰ ਲਗਭਗ 1500 ਸਾਲ ਪੁਰਾਣੇ ਦੱਸੇ ਜਾਂਦੇ ਹਨ, ਪਰ ਇਹਨਾਂ ਦਾ ਕਰਮ ਇੱਕ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਪੱਟੀ ਲਿਖੀ, ਉਸ ਵਿੱਚ ਸੱਸਾ ਅੱਖਰ ਪਹਿਲਾ ਰੱਖਿਆ ਸੀ। ਬਾਕੀ ਕਰਮ ਇੰਜ ਹੈ। ਬਾਕੀ ਅਸੀਂ ਆ ਸਾਰੇ ਪੜ੍ਹ ਲਾਂਗੇ ਵਰਡਸ। ਇਹਦੇ ਵਿੱਚ ਸਾਰੇ ਅੱਗੇ ਆਪਣੇ ਸਾਰੇ ਵਰਡਸ ਨੇ, ਇਹਨਾਂ ਨੂੰ ਤੁਸੀਂ ਪੜ੍ਹਨਾ ਹੈ। ਜਿੱਦਾਂ ਕਿ ਗੁਰੂ ਅਰਜਨ ਦੇਵ ਜੀ ਦੀ ਰਚੀ 52 ਅੱਖਰੀ ਵਿੱਚ ਅੱਖਰਾਂ ਦਾ ਕ੍ਰਮ ਇਹ ਹੈ। ਇਸ ਤੋਂ ਬਾਅਦ ਆਪਣੇ ਵਰਤਮਾਨ ਰੂਪ ਵਿੱਚ ਪ੍ਰਚਲਿਤ ਜਿਹੜੀ ਆਪਣੀ 35 ਸੀ ਉਹਦਾ ਵਰਤਮਾਨ ਰੂਪ ਆ ਸੀ। ਇਸ ਤਰ੍ਹਾਂ ਆਪਾਂ ਸਾਰੇ ਆਪਣੇ ਜਿਹੜੇ ਵਰਡਸ ਪੜ੍ਹ ਲਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੀ ਸੀਗੀ ਇਹਦੇ ਵਿੱਚ ਆਪਣੇ ਗੁਰਮੁਖੀ ਲਿਪੀ ਵਿੱਚ 35 ਅੱਖਰ ਸੀ, ਪਰ ਇਹਦੇ ਵਿੱਚ ਕੀ ਹੋਇਆ ਸੀ? ਕੁਝ ਅਕਸ਼ਰ ਜੋੜ ਦਿੱਤੇ ਗਏ ਸੀ, ਜਿੱਦਾਂ ਕਿ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ। ਇਸ ਤਰ੍ਹਾਂ ਜਿਹੜੇ ਐਂਡ ਵਿੱਚ ਜਿਹੜੇ ਨੇ ਹੁਣ ਆਪਣੇ ਕੋਲ ਪੰਜਾਬੀ ਦੇ ਕੁੱਲ 41 ਹੋ ਗਏ ਨੇ ਅੱਖਰ। ਸੋ ਇਹਦੇ ਵਿੱਚ ਜਿਹੜੇ ਆਪਣੇ ਊੜਾ ਐੜਾ ਸਾਰੀ ਜਿਹੜੀ ਆਪਣੀ ਗੁਰਮੁਖੀ ਲਿਪੀ ਦੀ ਆ ਰਹੀ ਹੈ, ਠੀਕ ਹੈ। ਇਹ ਚੀਜ਼ ਅਸੀਂ ਆਪਣੀ ਧਿਆਨ ਨਾਲ ਰੀਡ ਕਰਨੀ ਹੈ, ਮਿਕਸਅਪ ਨਹੀਂ ਕਰਨਾ। ਅਤੇ ਹਰ ਜਿਹੜੇ ਜਿੱਦਾਂ ਕਿ ਗੁਰੂ ਅਮਰਦਾਸ ਜੀ ਦੀ ਰਚਨਾਵਾਂ ਦੇ ਅਕੋਰਡਿੰਗ ਕਿੱਦਾਂ ਸੀਗੀ, ਜਾਂ ਗੁਰੂ ਨਾਨਕ ਦੇਵ ਜੀ ਦੀ, ਗੁਰੂ ਅਰਜਨ ਦੇਵ ਜੀ ਦੀ, ਇਹ ਸਾਰੇ ਆਪਾਂ ਧਿਆਨ ਨਾਲ ਰੀਡ ਕਰਨੇ ਨੇ। ਸੋ ਆਪਣਾ ਇਹ ਸੀਗਾ ਲੈਸਨ ਨੰਬਰ 3। ਸੋ ਨੈਕਸਟ ਵੀਡੀਓ ਵਿੱਚ ਆਪਾਂ ਨੈਕਸਟ ਲੈਸਨ ਕਰਾਂਗੇ। ਸੋ ਇਹ ਲੈਸਨ ਨੂੰ ਤੁਸੀਂ ਆਪਣਾ ਉਦੋਂ ਤੱਕ ਅੱਛੀ ਤਰ੍ਹਾਂ ਨਾਲ ਪ੍ਰੀਪੇਅਰ ਕਰ ਲਓ। ਥੈਂਕ ਯੂ ਐਵਰੀਵਨ।